ਕੁਰਬਾਨੀ ਤੇ ਕਾਕਾਪੁਰ ਦਾ ਧਾਰਮਿਕ ਉਪਰਾਲਾ। ਸਾਹਿਬ ਜੀ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੇ ਨ ਜਾਣਿਆ ਕੋਏ। ਐਸੀ ਮਰਨੀ ਜੋ ਮਰੈ, ਬਹੁਰ ਨ ਮਰਨਾ ਹੋਏ। ਐਸੀ ਮਰਨੀ ਜੋ ਮਰੈ, ਬਹੁਰ ਨ ਮਰਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਗਰੀਬ ਨਵਾਜ ਸਤ ਸੰਗਤ ਜੀ, ਜਾਗਦੀ ਜੋਤ, ਸ਼ਬਦਾ ਅਵਤਾਰ, ਜੁਗੋ ਜੁਗ ਅਟਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਆਪ ਜੀ ਰੋਜ਼ਾਨਾ ਦੇ ਨਿਯਮ ਮੁਤਾਬਕ ਮਿਲੀਆਂ ਹੋਈਆਂ ਜੀਵਨ ਦੇ ਸਵਾਸਾਂ ਦੀਆਂ ਇਹ ਅਮੋਲਕ ਘੜੀਆਂ ਸਫਲ ਕਰਨ ਵਾਸਤੇ ਪਹੁੰਚੇ ਹੋ। ਕਲਯੁਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਦਾ ਸਭ ਤੋਂ ਉੱਤਮ ਸਾਧਨ, ਮੁਕਤੀ ਦਾ, ਕਲਿਆਣ ਦਾ ਬਖਸ਼ਿਸ਼ ਕੀਤਾ ਹੈ। ਸੋ ਆਪ ਆਪਣੇ ਜੀਵਨ ਦਾ ਲਾਹਾ ਲੈਂਦੇ ਹੋ। ਹਰੇਕ ਨੂੰ ਇਹ ਸਤ ਸੰਗਤ ਪ੍ਰਾਪਤ ਨਹੀਂ ਹੁੰਦੀ। ਜਿਹਨੂੰ ਪ੍ਰਾਪਤ ਹੁੰਦੀ ਹੈ, ਸੱਚੇ ਪਾਤਸ਼ਾਹ ਨੇ ਉਸ ਨੂੰ ਵਡਭਾਗੀ ਕਿਹਾ ਹੈ, ਕਿਉਂਕਿ ਸਤ ਸੰਗਤ ਕਰਨ ਦੇ ਨਾਲ ਹੀ ਜੀਵ ਦੇ ਕਿਲਬਿਖ ਪਾਪ ਤੱਕ ਨਾਸ਼ ਹੋ ਜਾਂਦੇ ਹੈ ਤੇ ਸਦਬੁੱਧੀ ਪ੍ਰਾਪਤ ਹੁੰਦੀ ਹੈ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਸਿੱਖ ਕੌਮ ਦੀ ਮਹਾਨ ਹਸਤੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਜੋ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਸਵੇਰ ਦੇ ਦੀਵਾਨ ਵਿੱਚ ਕਥਾ ਕਰਦੇ ਨੇ। ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਕ ਉਸ ਕੈਨੇਡਾ ਦੀ ਦੌਰੇ ਤੇ ਆਏ ਸੀਗੇ। ਅਚਾਨਕ ਹੀ ਦੀਵਾਨ ਵਿੱਚ ਪਰਸੋਂ ਉਹਨਾਂ ਦੇ ਦਰਸ਼ਨ ਹੋਏ ਸੀ, ਕਿਉਂਕਿ ਜਥੇ ਦੇ ਅੰਦਰ ਹਜ਼ੂਰ ਸਾਹਿਬ ਤੋਂ ਕੋਈ ਸਿੰਘ ਵੀ ਆ ਕੇ ਵਿੱਦਿਆ ਪੜ੍ਹਦਾ ਹੁੰਦਾ ਸੀਗਾ ਤੇ ਜਥੇ ਵਿੱਚ ਉਸ ਦਾ ਨਾਮ ਹਜ਼ੂਰੀਆ ਪੈ ਜਾਂਦਾ ਸੀ। ਪਹਿਲਾਂ ਇਸ ਤਰ੍ਹਾਂ ਸੀਗਾ ਕਿ ਜੇ ਕੋਈ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਆਵੇ ਤਾਂ ਉਸ ਨੂੰ ਸਿੰਘ ਹਜ਼ੂਰੀਆ ਕਹਿਣ ਲੱਗ ਪੈਂਦੇ ਸਨ, ਕਿਉਂਕਿ ਦਰਸ਼ਨ ਕਰਨੇ ਉਹਨਾਂ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਇੰਨੇ ਨਹੀਂ ਸਨ। ਇਸ ਕਰਕੇ ਦਰਸ਼ਨ ਕਰਨੇ ਬੜੇ ਕਠਿਨ ਹੁੰਦੇ ਸੀ। ਤੁਰ ਕਰਕੇ ਜਾਂ ਰੇਲ ਗੱਡੀ ਦਾ ਜਦੋਂ ਸਾਧਨ ਚੱਲੇ, ਉਦੋਂ ਗੁਰਮੁਖ ਜਨ ਦਰਸ਼ਨ ਕਰਨ ਵਾਸਤੇ ਜਾਂਦੇ। ਸਤਿਗੁਰੂ ਜੀ ਦੇ ਐਸੇ ਮਹਾਨ ਅਸਥਾਨ ਤੋਂ ਆਪ ਜੀ ਇੱਥੇ ਕੈਨੇਡਾ ਦੀ ਧਰਤੀ ਤੇ ਪਹੁੰਚੇ। ਰੈਕਸੀਡੇਲ ਵਿਖੇ ਆਪ ਜੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਉਹਨਾਂ ਨੂੰ ਜਿਉ ਆਏ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ,
ਇਸੇ ਤਰ੍ਹਾਂ ਇਹ ਗੁਰਮਤ ਦਾ ਪ੍ਰਚਾਰ ਕਰਦੇ ਰਹਿਣ। ਅੱਜ ਮਹਾਂਪੁਰਖਾਂ ਦੇ ਦਿਹਾੜੇ ਹੋਣ ਕਰਕੇ ਸਿੰਘਾਂ ਨੇ ਹੁਕਮ ਕੀਤਾ ਹੈ ਕਿ ਖੁੱਲ੍ਹੀ ਵਿਚਾਰ ਆਪ ਜੀ ਕੁਝ ਸਮਾਂ ਜਿਹੜਾ ਉਹ ਕਰੋ, ਕਿਉਂਕਿ ਜਦੋਂ ਇਤਿਹਾਸ ਦੀ ਕਥਾ ਜਾਂ ਗੁਰਬਾਣੀ ਦੀ ਲੜੀਵਾਰ ਕਥਾ ਕਰਨੀ ਹੁੰਦੀ ਹੈ ਤਾਂ ਮਰਿਆਦਾ ਮੁਤਾਬਕ ਮੰਗਲ ਕਰਨੇ ਪੈਂਦੇ ਹੈ। ਤਾਂ ਮੰਗਲ ਕਰਦਿਆਂ ਹੋਇਆਂ ਜਦੋਂ ਕਿ ਭੂਮਿਕਾ ਹੀ ਬੰਨੀ ਦੀ ਹੈ, ਇੰਨੇ ਚਿਰ ਨੂੰ 10-15 ਮਿੰਟ ਬਤੀਤ ਹੋ ਜਾਂਦੇ ਆ। ਸਮਾਂ ਜਿਹੜਾ ਹੈ ਉਹ ਵੱਧ ਚਾਹੀਦਾ ਹੈ ਜੇ ਲੜੀਵਾਰ ਕਥਾ ਇਤਿਹਾਸ ਦੀ ਜਾਂ ਗੁਰਬਾਣੀ ਦੀ ਹੋਣੀ ਹੋਵੇ ਤਾਂ। ਅੱਜ ਮਹਾਂਪੁਰਸ਼ਾਂ ਦੇ ਜਿੱਥੇ ਆਪਾਂ ਚਰਨ ਪਰਸਾਂਗੇ, ਨੌਜਵਾਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੰਥਵਾਲੀ ਸਤਿਗੁਰੂ ਜੀ, ਤਿੰਨਾਂ ਦੇ ਜੇਠੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਦਾ ਵੀ ਅੱਜ ਜਨਮ ਦਿਹਾੜਾ ਮਨਾਇਆ ਗਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਤੇ ਸਿਫਤ ਕਹਿਣ ਲੱਗੀਏ ਨਾ ਤਾਂ ਰਸਨਾ ਤੋਂ, ਬੁੱਧੀ ਤੋਂ ਸ਼ਬਦਾਂ ਦਾ ਟੋਟਾ ਪੈ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਆਪ ਆਪਣੇ ਸ਼੍ਰੀ ਮੁਖ ਤੋਂ ਇਹ ਨਿਮਰਤਾ ਦੇ ਸ਼ਬਦ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਕਹਿੰਦੇ ਹੈ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਿੰਨੀ ਨਿਮਰਤਾ ਨਾਲ ਮਹਾਰਾਜ ਕਹਿੰਦੇ, ਕਹਾਂ ਲੱਗੈ ਉਹ ਕੀਟ ਬਖਾਨੈ, ਮਹਿਮਾ ਤੋਰ ਤੂੰ ਹੀ ਪ੍ਰਭ ਜਾਣੈ। ਪ੍ਰਮਾਣ ਦਿੱਤਾ ਮਹਾਰਾਜ ਨੇ, ਪਿਤਾ ਜਨਮ ਜਿਮ ਪੂਤ ਨਾ ਪਾਵੈ, ਕਹਾਂ ਤਬਨ ਕਾ ਭੇਦ ਬਤਾਵੈ। ਸਾਧ ਸੰਗਤ, ਪੰਛੀ ਜਦੋਂ ਉਡਾਰੀ ਭਰਦਾ ਹੈ ਨਾ ਤਾਂ ਉਹ ਆਕਾਸ਼ ਦੀ ਉਚਾਈ ਤਾਂ ਨਹੀਂ ਨਾਪ ਸਕਦਾ, ਪਰ ਹਵਾ ਦਾ ਆਨੰਦ ਜ਼ਰੂਰ ਲੈਂਦਾ। ਆਕਾਸ਼ ਦੇ ਵਿੱਚ ਉਡਾਰੀਆਂ ਲਾ ਕੇ ਉਹਨੂੰ ਸੁੱਖ ਜ਼ਰੂਰ ਮਿਲਦਾ ਹੈ। ਇਸੇ ਤਰ੍ਹਾਂ ਮੱਛੀ ਸਮੁੰਦਰ ਵਿੱਚ ਤਾਰੀਆਂ ਲਾ ਕਰਕੇ ਸਮੁੰਦਰ ਦੇ ਪਾਣੀ ਦਾ, ਜਲ ਦਾ ਆਨੰਦ ਤਾਂ ਲੈ ਸਕਦੀ ਹੈ, ਪਰ ਸਮੁੰਦਰ ਦੀ ਡੂੰਘਾਈ ਨਹੀਂ ਨਾਪ ਸਕਦੀ। ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਛੋਟੀ ਜੀ ਸੰਸਾਰਕ ਉਮਰ ਦਾ ਇਹੋ ਜਿਹਾ ਜੀਵਨ ਜੀਵਿਆ ਕਿ ਸਦੀਆਂ ਤੱਕ ਕੌਮਾਂ ਨੂੰ ਜਿਉਣ ਦੀ ਜਾਚ ਦੱਸ ਦਿੱਤੀ। ਉਹਨਾਂ ਦਾ ਨਾਮ ਹੀ ਰਸਨਾ ਤੋਂ ਲਈਏ ਨਾ, ਇੱਕ ਸੂਰਬੀਰਤਾ ਦਾ ਮੁਜੱਸਮਾ ਹਿਰਦੇ ਦੇ ਅੰਦਰ ਜਿਹੜਾ ਉਹ ਸਪਰਸ਼ ਦਿੰਦਾ ਹੈ। ਉਹਨਾਂ ਦਾ ਸਵਰੂਪ ਹੀ ਐਸਾ ਦਿਸਦਾ ਹੈ। ਇਤਿਹਾਸ ਜਿਹੋ ਜਿਹਾ ਵਰਣਨ ਕਰਦਾ ਹੈ ਕਿ ਜਦੋਂ ਗੁਰੂ ਮਹਾਰਾਜ ਜੀ ਦੇ ਕੋਲੋਂ ਆਗਿਆ ਲੈਣ ਵਾਸਤੇ ਆਏ, ਮੁਖ ਤੇ ਹੋਏ ਦਗਦੀ ਹੋਈ ਇਹੋ ਜੀ ਲਾਲੀ ਕਿ ਦੇਵੀ ਦੇਵਤੇ ਵੀ ਦਰਸ਼ਨ ਕਰਕੇ ਨਿਹਾਲ ਹੋ ਜਾਣ। ਬਲੀ ਦੀ ਹਿੱਕ ਤੇ ਚੜਿਆ ਹੋਇਆ ਸੰਜੋਗ ਅਖਤਰ, ਮੋਢੇ ਤੇ ਪਹਿਨਿਆ ਹੋਇਆ ਤੀਰਾਂ ਦਾ ਭਰਿਆ ਹੋਇਆ ਪੱਥਾ, ਪਹਿਨੀ ਹੋਈ ਮੋਢੇ ਤੇ ਕਮਾਨ, ਗਾਤਰੇ ਪਈ ਹੋਈ ਸ੍ਰੀ ਸਾਹਿਬ, ਕੌਮ ਦੇ ਅਣਖ ਤੇ ਗੈਰਤ ਦੇ ਨਮੂਨੇ ਨੂੰ ਪੇਸ਼ ਕਰ ਰਹੀ ਸੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਹਿਬਜ਼ਾਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਵਾਰ ਵੀ ਕੋਈ ਸ਼ਿਕਾ ਤੇ ਗਿਲਵਾ ਤੱਕ ਨਹੀਂ ਕੀਤਾ, ਆਪਣਾ ਸਾਰਾ ਸਰਬੰਸ ਵਾਰ ਕੇ ਵੀ। ਇੱਥੋਂ ਤੱਕ ਆਪਣੇ ਭੂਆ ਜੀ ਦੇ ਪੁੱਤਰ ਵੀ ਮਹਾਰਾਜ ਨੇ ਯੁੱਧਾਂ ਵਿੱਚ ਸਾਡੇ ਤੋਂ ਵਾਰ ਦਿੱਤੇ। ਆਪਣੇ ਸ਼੍ਰੀ ਮੁਖ ਤੋਂ ਇਹ ਹੀ ਸ਼ਬਦ ਕਹੇ, ਪੰਥ ਵਸੇ ਮੈਂ ਉਜੜਾ, ਮਨ ਚਾਹੋ ਕਨੇਰਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਰਗਾ ਕੋਈ ਦਾਤਾ ਨਹੀਂ। ਸੱਚੇ ਪਾਤਸ਼ਾਹ ਨੇ ਤੁਰਨ ਲੱਗਿਆਂ ਜਦੋਂ ਅਸ਼ੀਸ਼ ਦਿੱਤੀ ਸੀ ਤੇ ਕਿਹਾ ਸੀ, ਬੇਟਾ ਅਜੀਤ ਸਿੰਘ, ਅਸੀਂ ਤੈਨੂੰ ਇਸੇ ਦਿਨ ਵਾਸਤੇ ਹੀ ਸ਼ਸਤਰ ਵਿਦਿਆ ਸਿਖਾਈ ਹੈ, ਇਸੇ ਦਿਨ ਵਾਸਤੇ ਹੀ ਤੈਨੂੰ ਪਾਲ ਪੋਸ ਕੇ ਏਡਾ ਵੱਡਾ ਕੀਤਾ ਹੈ। ਅੱਜ ਅਸੀਂ ਆਪਣੀਆਂ ਅੱਖਾਂ ਨਾਲ ਵੇਖਾਂਗੇ ਕਿ ਤੂੰ ਸ਼ਸਤਰ ਕਿਵੇਂ ਚਲਾਉਣਾ ਹੈ। ਜੋ ਅਸੀਂ ਤੈਨੂੰ ਵਿਦਿਆ ਸਿਖਾਈ ਹੈ, ਉਹ ਕਿੰਨੀ ਕੁ ਕਮਾਈ ਕੀਤੀ ਉਸ ਵਿਦਿਆ ਦੀ।
ਤੇ ਪਿਤਾ ਸਤਿਗੁਰੂ ਜੀ ਦੇ ਪੂਰਨਿਆਂ ਤੇ ਪੂਰੇ ਉਤਰਦੇ ਹੋਏ ਬਾਬਾ ਅਜੀਤ ਸਿੰਘ ਸਾਹਿਬ, ਮੈਂ ਪਾਲਾਂ ਗੱਲ ਲੱਜ ਨਾਮ ਦੀ ਨਾ ਜਿੱਤਿਆ ਜਾਵਾਂ। ਗਰੀਬ ਨਵਾਜ ਸਤਿਗੁਰੂ ਜੀ ਦੇ ਲਖ ਤੇ ਜਿਗਰ, ਚਮਕੌਰ ਸਾਹਿਬ ਦੇ ਮੈਦਾਨੇ ਜੰਗ ਦੇ ਅੰਦਰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਵੀਰ ਗਤੀ ਨੂੰ ਪ੍ਰਾਪਤ ਹੋਏ। ਉਹਨਾਂ ਦੀ ਜਿਹੜੀ ਪਵਿੱਤਰ ਉਹ ਸਤ ਸੰਗਤ ਜੀ ਦੇਹੀ ਦਾ ਅਸਥਾਨ ਹੈ, ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਿਆ ਹੋਇਆ। ਮੁਸਲਮਾਨ ਸਾਈਂ ਫਕੀਰ ਦੀ ਅੱਲਾ ਯਾਰ ਖਾਂ ਯੋਗੀ ਦੀ ਲਿਖੀ ਹੋਈ ਇਬਾਰਤ, ਗਰ ਹਿੰਦ ਮੈਂ ਤੀਰਥ ਹੈ ਯਾਤਰਾ ਕੇ लिए, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ लिए। ਹਿੰਦੁਸਤਾਨ ਦੀ ਸਰਜ਼ਮੀਨ ਤੇ ਕਹਿੰਦਾ ਤੀਰਥ ਹੈ ਯਾਤਰਾ ਵਾਸਤੇ, ਤਾਂ ਉਹ ਚਮਕੌਰ ਸਾਹਿਬ ਦੀ ਪਾਵਨ ਧਰਤੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਕੁਰਬਾਨ ਕਰ ਦਿੱਤਾ। ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਆਪ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਪਿਆਰੀ ਸਾਧ ਸੰਗਤ ਜੀ, ਜਿੰਨੇ ਵੀ ਪੁਰਬ ਮਨਾਏ ਜਾਣ, ਇਹਦਾ ਅਰਥ ਇਹ ਨਹੀਂ ਕਿ ਅਸੀਂ ਕੇਵਲ ਕਥਾ ਪ੍ਰਚਾਰ ਕਰਕੇ ਜਾਂ ਤੁਸੀਂ ਸੁਣ ਕਰਕੇ ਚਲੇ ਗਏ। ਇਹਦੇ ਨਾਲ ਸਾਨੂੰ ਉਹਨਾਂ ਦੀ ਅਣਖ ਤੇ ਵੀਰਤਾ ਦਾ ਸਪਰਸ਼ ਪ੍ਰਾਪਤ ਹੁੰਦਾ ਹੈ, ਜੀਵਨ ਦੇ ਜਿਉਣ ਦਾ ਢੰਗ ਪ੍ਰਾਪਤ ਹੁੰਦਾ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਪਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦੀ ਅੱਜ ਬਰਸੀ ਦਾ ਜੋੜ ਮੇਲਾ ਸੀ, ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬੜੇ ਸ਼ਰਧਾ ਪਿਆਰ ਨਾਲ ਮਨਾਇਆ ਗਿਆ। ਅਸਲ ਵਿੱਚ ਸਾਧ ਸੰਗਤ ਜੀ ਸਾਰੇ ਹੀ ਗੁਰਮੁਖ ਸਤਿਕਾਰਯੋਗ ਹੈ, ਪਰ ਜਿਹੜਾ ਗੁਰਬਾਣੀ ਦੇ ਅਰਥਾਂ ਦੇ ਪੜਾਉਣ ਦਾ ਹੁਕਮ ਹੈ ਨਾ, ਕਿਉਂਕਿ ਜਥੇਬੰਦੀ ਇਹ ਮਹਾਂਪੁਰਖਾਂ ਨੇ ਆਪ ਨਹੀਂ ਚਲਾਈ, ਸੰਪਰਦਾ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪ ਨਹੀਂ ਚਲਾਇਆ। ਇਹ ਸੰਪਰਦਾ ਹੋਂਦ ਵਿੱਚ ਕਿਵੇਂ ਆਈ ਹੈ? ਤੁਸੀਂ ਸੁਣਿਆ ਇਤਿਹਾਸ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੇ ਸ਼ੁੱਧ ਅਰਥ ਪੜਾਉਣ ਵਾਸਤੇ ਹੀ ਇਸ ਸੰਪਰਦਾ ਨੂੰ ਜਨਮ ਦਿੱਤਾ। ਤੇ ਬਾਬਾ ਦੀਪ ਸਿੰਘ ਸਾਹਿਬ ਜੋ ਸਤਿਗੁਰੂ ਜੀ ਦੇ ਨਾਲ ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ ਆਏ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ, ਉਸ ਸਮੇਂ ਪੰਜਾਂ ਸਿੰਘਾਂ ਦੇ ਵਿੱਚ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਖੜੇ ਸੀਗੇ। ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਸੀ ਕਿ ਤੁਸੀਂ ਦਮਦਮਾ ਸਾਹਿਬ ਚਲੇ ਜਾਓ, ਉੱਥੇ ਹੀ ਸਾਰੀ ਜ਼ਿੰਦਗੀ ਰਹਿ ਕਰਕੇ ਵਿਦਿਆਰਥੀਆਂ ਨੂੰ ਵਿੱਦਿਆ ਪੜਾਉਣੀ, ਗੁਰਮਤਿ ਸਿਖਾਉਣੀ, ਤੇ ਜਦੋਂ ਕਿਤੇ ਸਮਾਂ ਬਣੇਗਾ ਧਰਮ ਵਾਸਤੇ ਕੁਰਬਾਨੀ ਕਰਨੀ। ਗੁਰੂ ਪਿਆਰੀ ਸਾਧ ਸੰਗਤ ਜੀ, ਦਮਦਮਾ ਸਾਹਿਬ ਰਹਿਣ ਕਰਕੇ ਇਸ ਜਥੇਬੰਦੀ ਦਾ ਸੰਪਰਦਾ ਦਾ ਨਾਮ ਦਮਦਮੀ ਟਕਸਾਲ ਪ੍ਰਸਿੱਧ ਹੋਇਆ। ਟਕਸਾਲ ਦੇ ਅਰਥ ਹੁੰਦੇ ਹੈ ਕਿ ਜਿਹੜੀ ਖੋਟੇ ਸਿੱਕੇ ਨੂੰ ਪਾ ਕਰਕੇ ਤੇ ਉਹਦੇ ਵਿੱਚੋਂ ਫਿਰ ਖਰਾ ਨਿਕਲ ਆਵੇ। ਜਿਵੇਂ ਗਿਆਨੀ ਜੀ ਦੱਸ ਰਹੇ ਸੀਗੇ ਕਿ ਸਤਿਪੁਰਸ਼ ਦਾ ਜੀਵਨ ਐਸਾ ਹੁੰਦਾ ਹੈ ਕਿ ਮੂਰਖ ਬੰਦੇ ਨੂੰ ਵੀ ਉਹ ਪੰਡਤ ਤੇ ਚਤੁਰ ਕਰ ਦਿੰਦੇ ਆ, ਉਹ ਵਾਕਾਂ ਵਿੱਚ ਤੇ ਗਿਆਨ ਵਿੱਚ ਚਤੁਰ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਐਸੀ ਟਕਸਾਲ ਸਾਜੀ ਕਿ ਸਤਿਗੁਰ ਖੋਟਿਓਂ ਖਰੇ ਕਰੇ। ਜੇ ਅਸੀਂ ਆਪਣੇ ਹੀ ਜੀਵਨ ਦੀ ਬਾਬਤ ਦਸੀਏ ਨਾ, ਤਾਂ ਸਾਨੂੰ ਤਾਂ ਹੱਥ ਧੋ ਕੇ ਵੀ ਨਹੀਂ ਸੀ ਸਮਝ ਕੇ ਇਹਨਾਂ ਨੂੰ ਸਾਫ਼ ਕਿਵੇਂ ਕਰਨਾ, ਫਿਰ ਆਪਣੇ ਕੱਪੜਿਆਂ ਨਾਲ ਹੀ ਪੂੰਝ ਲਈਦਾ ਸੀਗਾ। ਨਾ ਤਾਂ ਬਹਿਣ ਖਲੋਣ ਦਾ ਕੋਈ ਚੱਜ ਸੀ, ਕੋਈ ਢੰਗ ਸੀ, ਕੋਈ ਤਰੀਕਾ ਸੀ। ਇਹ ਸਭ ਕੁਝ ਹੀ ਦਾਤਾਂ ਸਤ ਸੰਗਤ ਵਿੱਚੋਂ ਪ੍ਰਾਪਤ ਹੋਈਆਂ। ਸੁਤੇ ਸਿੱਧ ਹੀ ਜਿਹੜੇ ਵਿਦਿਆਰਥੀ ਪੜ੍ਹਦੇ ਆ, ਉਹਨਾਂ ਦੇ ਜੀਵਨ ਤੋਂ ਸਿੱਖਿਆ ਮਿਲਦੀ ਰਹਿੰਦੀ ਹੈ। ਜਿਉਂ ਜਿਉਂ ਉਹ ਆਪਣਾ ਜੀਵਨ ਜਿਉਂਦੇ ਆ, ਕਿਉਂਕਿ ਸੰਗਤ ਵਿੱਚ ਹੀ ਰੰਗ ਲੱਗਦਾ ਹੈ ਨਾ। ਜਿਸ ਸੰਗਤ ਦੇ ਵਿੱਚ ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਜਥਾ ਫੇਰਦੇ ਸੀ, ਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ 101 ਤੱਕ ਜਪਜੀ ਸਾਹਿਬ ਦੇ ਪਾਠ ਰੋਜ਼ਾਨਾ ਕਰਦੇ, ਤੇ ਨਾਲ ਦੇ ਜਥੇ ਵਿੱਚ ਰਹਿਣ ਵਾਲੇ ਸਿੰਘ ਜਿੱਥੇ ਬ੍ਰਹਮ ਵਿਦਿਆ ਪੜ੍ਹਦੇ, ਉੱਥੇ ਮਨ ਵਿੱਚ ਚਾਉ ਆਉਂਦਾ, ਛੈਲ ਲੰਘਣ ਦੇ ਪਾਰ ਗੋਰੀ ਮਨ ਧੀਰਿਆ। ਮਨ ਵਿੱਚ ਧੀਰਜ ਆਉਂਦਾ ਹੈ ਕਿ ਜੇ ਐਸੇ ਗੁਰ ਮੈਨੂੰ ਵੀ ਭਾਈ ਨਾਮ ਜਪਣਾ ਚਾਹੀਦਾ, ਮੈਂ ਵੀ ਭਜਨ ਕਰਾਂ। ਸਤਿਗੁਰੂ ਜੀ ਨੇ
ਜੋ ਹੁਕਮ ਲਾਇਆ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ, ਉਸ ਹੁਕਮ ਨੂੰ ਮੰਨਦਿਆਂ ਹੋਇਆਂ ਸਾਧ ਸੰਗਤ ਜੀ, ਜ਼ਿਕਰ ਆ ਰਿਹਾ ਸੀ ਜਿਸ ਦਿਨ ਸਕੂਲ ਦੇ ਨੁਮਾਇੰਦੇ ਬੋਲ ਰਹੇ ਸਨ ਸਟੇਜ ਤੇ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅਰਬੀ ਭਾਸ਼ਾ ਵਿੱਚ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲਿਆ ਹੈ। ਕਿੱਡੇ ਉੱਚ ਕੋਟੀ ਦੇ ਵਿਦਵਾਨ ਨੇ ਬਾਬਾ ਦੀਪ ਸਿੰਘ ਸਾਹਿਬ, ਜਿਨ੍ਹਾਂ ਦੀ ਬਾਬਤ ਕੇਵਲ ਇਹ ਸਮਝਦੇ ਆ ਸਮਾਜ ਦੇ ਅੰਦਰ ਕਿ ਨਿਹੰਗ ਸਿੰਘ, ਉਹਨਾਂ ਨੂੰ ਤਾਂ ਕੋਈ ਇੰਨਾ ਬਾਹਲਾ ਪਤਾ ਨਹੀਂ ਹੁੰਦਾ। ਪਰ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੇ ਪੜ੍ਹਾਏ ਹੋਏ ਬਾਬਾ ਦੀਪ ਸਿੰਘ ਸਾਹਿਬ, ਜਿੱਥੇ ਉੱਚ ਕੋਟੀ ਦੇ ਵਿਦਵਾਨ, ਉੱਥੇ ਉੱਚ ਕੋਟੀ ਦੇ ਸੂਰਬੀਰ ਯੋਧੇ ਹੋਏ, ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਜੰਗ ਕੀਤਾ ਤੇ ਆਪਣੇ ਪ੍ਰਣ ਨੂੰ ਪੂਰਿਆਂ ਕੀਤਾ। ਸਿੱਖ ਕੌਮ ਦੇ ਅੰਦਰ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਦਾ ਵਾਸਤੇ ਬੰਦਨਾ ਤੇ ਨਮਸਕਾਰ ਕੀਤੀ ਜਾਂਦੀ ਰਹੇਗੀ। ਪਰ ਅਫਸੋਸ ਕਿ ਜੇ ਟੀਵੀ ਤੇ ਵੇਖੀਏ, ਇੱਕ ਵਾਰ ਬਾਬਾ ਜੀ ਦਾ ਜਨਮ ਦਿਹਾੜਾ ਸੀ, ਆ ਪਿੱਛੇ ਲੰਘਿਆ, ਸਿਆਟਲ ਵਿਖੇ ਨਾ ਟੀਵੀ ਤੇ ਪ੍ਰੋਗਰਾਮ ਆ ਰਿਹਾ ਸੀ। ਉਹਨਾਂ ਨੇ ਪੁੱਛਿਆ ਕਿ ਤੁਹਾਡੀ ਕੀ ਰਾਏ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਸੀਸ ਤਲੀ ਤੇ ਧਰ ਕੇ ਲੜੇ ਆ। ਉਹਨਾਂ ਨੇ ਇਸ ਗੱਲ ਨੂੰ ਗੋਲ ਮੋਲ ਕੀਤਾ, ਭਾਵੇਂ ਕਿ ਬਾਕੀ ਜੀਵਨ ਬੜਾ ਸੋਹਣਾ ਦੱਸਿਆ, ਪਰ ਇਸ ਗੱਲ ਨੂੰ ਲੁਕਾਉਣਾ ਚਾਹਿਆ, ਛਪਾਉਣਾ ਚਾਹਿਆ, ਕਿਉਂਕਿ ਇਹ ਹੋ ਹੀ ਨਹੀਂ ਸਕਦਾ ਕਿ ਕੋਈ ਕੱਟਿਆ ਹੋਇਆ ਸੀਸ ਤਲੀ ਤੇ ਰੱਖ ਲਵੇ। ਪਰ ਸਾਧ ਸੰਗਤ ਜੀ, ਜਿਹੜੇ ਗੁਰਬਾਣੀ ਦੀ ਰੌਸ਼ਨੀ ਵਿੱਚ ਜੀਣ ਵਾਲੇ ਗੁਰਮੁਖ ਹੈ ਨਾ, ਸੱਚੇ ਪਾਤਸ਼ਾਹ ਕਹਿੰਦੇ ਆ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਜੇ ਮੇਰੇ ਵਾਹਿਗੁਰੂ ਨੂੰ ਪਾ ਜਾਵੇ ਤੇ ਉਹ ਬਿਨਾਂ ਸਾਹਾਂ ਤੋਂ ਜਿਉਂਦਾ ਰੱਖ ਸਕਦਾ ਹੈ। ਆਪਣੇ ਕੀਤੇ ਹੋਏ ਪ੍ਰਣ ਨੂੰ ਪੂਰਿਆਂ ਕੀਤਾ। ਕਈ ਬਚਨ ਯਾਦ ਆ ਜਾਂਦੇ ਆ। ਦਾਸ ਜਰਸੀ ਵਿਖੇ ਗੱਤਕੇ ਦੀ ਕਲਾਸ ਲਾਈ ਸੀ, ਨੌਜਵਾਨ ਸ਼ਸਤਰ ਵਿੱਦਿਆ ਸਿੱਖਦੇ ਪਏ ਸੀ। ਕਹਿੰਦੇ, ਤੁਸੀਂ ਗਿਆਨੀ ਜੀ ਸ਼ਸਤਰਾਂ ਦਾ ਬੜਾ ਸਤਿਕਾਰ ਕਰਨ ਵਾਸਤੇ ਕਹਿੰਦੇ ਹੋ, ਤੇ ਬੇਨਤੀ ਕੀਤੀ ਕਿ ਭਾਈ ਤਾਂ ਮਹਾਰਾਜ ਨੇ ਕੀਤਾ ਆਪ ਸ਼ਸਤਰਾਂ ਦਾ ਇੰਨਾ ਸਤਿਕਾਰ। ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਓ, ਜਿਸ ਚਬੂਤਰੇ ਵਿੱਚ ਸਤਿਗੁਰੂ ਜੀ ਵੀਰ ਆਸਣ ਲਾ ਕੇ ਬੈਠਦੇ ਰਹੇ, ਉੱਥੇ ਅੱਜ ਸਤਿਗੁਰੂ ਜੀ ਦੇ ਤੇ ਸ਼ਹੀਦ ਸਿੰਘਾਂ ਦੇ ਕਮਰ ਕੱਸੇ ਦੇ ਸ਼ਸਤਰ ਸੁਭਾਏਮਾਨ ਹਨ। ਪੰਥਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਾਵਨ ਅੰਗੀਠਾ ਸਾਹਿਬ ਹੈ, ਉੱਥੇ ਹਜੂਰ ਸਾਹਿਬ ਸਤਿਗੁਰੂ ਜੀ ਦੇ ਕਮਰ ਕੱਸੇ ਦੇ ਤੇ ਹੋਰ ਆਲਾ ਨਸਲ ਦੇ ਸ਼ਸਤਰ ਸੁਭਾਏਮਾਨ ਹਨ, ਕਿਉਂਕਿ ਮਹਾਰਾਜ ਦਾ ਹੁਕਮ ਹੈ ਕਿ ਸਾਡੇ ਪੀਰ ਨੇ ਤੇ ਗੁਰੂ ਜਾਣ ਕੇ ਸ਼ਸਤਰ ਨੂੰ ਮੱਥਾ ਟੇਕਣਾ। ਹੁਣ ਇੱਧਰ ਦੇ ਬੱਚਿਆਂ ਦੇ ਕੁਐਸਚਨ ਵੀ ਬੜੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੁੰਦੇ ਆ, ਪਰ ਉਹਨਾਂ ਨੂੰ ਆਪਾਂ ਟਾਲ ਵੀ ਨਹੀਂ ਸਕਦੇ। ਜੇ ਇਸ ਤਰ੍ਹਾਂ ਹੀ ਕਹਿ ਕੇ ਅੱਗੇ ਲੰਘ ਜਾਈਏ ਤੇ ਉਹਨਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਕਿ ਮੇਰੇ ਕੁਐਸਚਨ ਦਾ ਚੰਗੀ ਤਰ੍ਹਾਂ ਉੱਤਰ ਨਹੀਂ ਦਿੱਤਾ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਦਾਸ ਕਲਾਸ ਲਾ ਕੇ ਉੱਥੇ ਜ਼ਿਕਰ ਕਰ ਰਿਹਾ ਸੀ ਬੱਚਿਆਂ ਨਾਲ, ਉਹਨਾਂ ਦੇ ਜੀਵਨ ਤੇ ਥੋੜ੍ਹੀ ਜਿਹੀ ਸਾਂਝ ਪਾਈ ਜਾ ਰਹੀ ਸੀ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਕੌਣ ਹਾਂ, ਸਾਡੇ ਵਡੇਰੇ ਕੌਣ ਹੋਏ ਆ। ਤਾਂ ਇੱਕ ਬੜੇ ਸੂਝਵਾਨ ਬੱਚੇ ਨੇ ਕਿਹਾ ਕਿ ਤੁਸੀਂ ਸ਼ਸਤਰਾਂ ਦਾ ਸਤਿਕਾਰ ਕਰਨ ਵਾਸਤੇ ਬੜਾ ਪ੍ਰੇਰਨਾ ਦਿੰਦੇ ਹੋ। ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਫਿਰ ਜਦੋਂ ਲਕੀਰ ਖਿੱਚੀ ਸੀ ਤੇ ਉਹ ਖੰਡੇ ਨਾਲ ਖਿੱਚੀ ਸੀ ਤੇ ਥੱਲੇ ਖੰਡਾ ਲੱਗਣ ਕਰਕੇ ਤੇ ਉਹ ਬੇਅਦਬੀ ਨਹੀਂ ਹੋਈ। ਇਹ ਬੱਚੇ ਦਾ ਆਪਣਾ ਕੁਐਸਚਨ ਸੀ। ਮੇਰੇ ਮਨ ਦੇ ਅੰਦਰ ਤੇ ਸਮੇਂ ਇਹ ਹੈਰਾਨੀ ਹੋਈ ਕਿ ਬੱਚੇ ਨੇ ਕੁਐਸਚਨ ਕਿੱਥੋਂ ਕੀਤਾ। ਫਿਰ ਮਨ ਦੇ ਅੰਦਰ ਨਾਲ ਹੀ ਖਿਆਲ ਪ੍ਰਗਟ ਹੋਇਆ। ਸਾਰੇ ਹੀ ਬੱਚਿਆਂ ਦੇ ਤਾਈਂ ਦਾਸ ਨੇ ਬੇਨਤੀ ਕਰਕੇ ਕਿਹਾ ਕਿ ਭਾਈ, ਉਹ ਜਿਹੜਾ ਯੁੱਧ ਸੀ ਨਾ, ਧਰਮ ਯੁੱਧ ਸੀ। ਲਕੀਰ ਜਿਹੜੀ ਵਾਹੀ ਹੋਈ ਸੀ, ਉਹ ਲਕੀਰ ਕੀ ਸੀਗੀ? ਉਹ ਲਕੀਰ ਇਹ ਸੀ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਮੁਖ ਤੋਂ ਬਚਨ ਕਿਹਾ ਕਿ ਭਾਈ, ਜਿੰਨੇ ਸ਼ਹੀਦ ਹੋਣਾ ਉਹ ਲਕੀਰ ਟੱਪਿਓ, ਜਿੰਨੇ ਸ਼ਹੀਦ ਨਹੀਂ ਹੋਣਾ ਉਹ ਲਕੀਰ ਨਾ ਟੱਪਿਓ, ਜਿੰਨੇ ਮਰਨਾ ਨਹੀਂ ਉਹ ਲਕੀਰ ਨਾ ਟੱਪਿਓ। ਤੇ ਸਾਧ ਸੰਗਤ ਜੀ, ਉਹ ਜੀਵਨ ਦੀ ਲਕੀਰ ਕਿਸੇ ਕਾਨੇ ਨਾਲ, ਕਿਸੇ ਸੋਟੀ ਨਾਲ ਨਹੀਂ ਸੀ ਖਿੱਚੀ ਜਾ ਸਕਦੀ। ਉਹ ਦੁਧਾਰੇ ਖੰਡੇ ਨਾਲ ਹੀ ਖਿੱਚੀ ਜਾ ਸਕਦੀ ਸੀ, ਜਿਸ ਲਕੀਰ ਨੂੰ ਪਾਰ ਕਰਕੇ ਸਿਰਲੱਥ ਯੋਧਿਆਂ ਨੇ ਹੱਸ ਹੱਸ ਕੇ ਸ਼ਹਾਦਤਾਂ ਦਿੱਤੀਆਂ। ਕਿਉਂਕਿ ਜਦੋਂ ਜਰਨੈਲ ਦਾ ਇੱਕ ਮੁੱਖ ਕੰਮ ਹੁੰਦਾ ਕਿ
ਕਮਾਂਡ ਥੱਲੇ ਲੜਨ ਵਾਲੀ ਫੌਜ ਦੇ ਅੰਦਰ ਪੂਰੀ ਵੀਰਤਾ ਭਰ ਦੇਣੀ, ਇੱਕ ਨਸ਼ਾ ਛਾ ਜਾਣਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਵੀਰ ਰਸੀ ਬਾਣੀ ਉਸੇ ਹੀ ਨਸ਼ੇ ਨੂੰ ਪ੍ਰਦਾਨ ਕਰਦੀ ਹੈ। ਸੂਰਬੀਰ ਯੋਧੇ ਦੇ ਅੰਦਰ ਉਸ ਸਮੇਂ ਉਹ ਸੀਨ ਯਾਦ ਕਰਵਾ ਦੇਣਾ। ਹਰਮੰਦਰ ਸਾਹਿਬ ਜੀ ਦਾ ਉਹ ਸੀਨ ਯਾਦ ਕਰਵਾ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਲਕੀਰ ਖਿੱਚੀ ਸੀ ਤੇ ਕਿਹਾ ਸੀ ਕਿ ਜਿੰਨੇ ਭਾਈ ਮਰਨਾ ਹੈ ਉਹ ਲਕੀਰ ਪਾਰ ਕਰਿਓ। ਤੇ ਸਾਡਾ ਇਤਿਹਾਸ ਹੈ ਕਿ 5 ਦੇ 5000 ਜਕਾਰੇ ਛੱਡਦੇ ਸੂਰਮੇ ਲਕੀਰ ਪਾਰ ਕਰ ਗਏ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੰਪਰਦਾ ਸੀਨੇ ਬਸੀਨੇ ਮਹਾਂਪੁਰਖਾਂ ਦੁਆਰਾ ਚਲੀ ਆ ਰਹੀ ਹੈ। ਇਸੇ ਸੰਪਰਦਾ ਦੇ 11ਵੇਂ ਮੁਖੀ ਹੋਏ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖਾਂ ਦੇ ਕੋਲੋਂ, ਜੋ ਦਮਦਮੀ ਟਕਸਾਲ ਦੇ 10ਵੇਂ ਮੁਖੀ ਨੇ, ਉਹਨਾਂ ਦੇ ਕੋਲੋਂ ਬ੍ਰਹਮ ਵਿਦਿਆ ਪ੍ਰਾਪਤ ਕੀਤੀ। ਤੇ ਟਕਸਾਲ ਦਾ ਮੁੱਖ ਕੰਮ ਹੀ ਇਹ ਹੈ ਸਤਿਗੁਰੂ ਦੀ ਅੰਮ੍ਰਿਤ ਬਾਣੀ ਪੜਾਉਣੀ, ਉਹਦਾ ਬੋਧ ਦੇਣਾ। ਜਿੰਨੇ ਵੀ ਸਾਡੇ ਧਾਰਮਿਕ ਗ੍ਰੰਥ ਨੇ ਪੰਥ ਪ੍ਰਵਾਨਿਤ, ਉਹਨਾਂ ਦਾ ਬੋਧ ਦੇਣਾ, ਉਹਨਾਂ ਦੇ ਸੁੱਧ ਉਚਾਰਨ ਦੀ ਸਿੱਖਿਆ ਦੇਣੀ। ਆਪਣੀ ਸਾਹ ਜ਼ਿੰਦਗੀ ਮਹਾਂਪੁਰਖਾਂ ਨੇ ਹਿੰਦੁਸਤਾਨ ਦੇ ਅੰਦਰ ਵਿਚਰ ਕਰਕੇ ਇਹੋ ਜਿਹਾ ਸਿੱਖੀ ਦਾ ਪ੍ਰਚਾਰ ਕੀਤਾ। ਕੋਨੇ ਕੋਨੇ ਦੇ ਵਿੱਚ ਸਾਧ ਸੰਗਤ ਜੀ ਜਦੋਂ ਮਹਾਂਪੁਰਖ ਵਿਚਰੇ, ਹਾਲਾਂਕਿ ਉਦੋਂ ਕੁਝ ਸਮਾਂ ਅੰਗਰੇਜ਼ ਸਰਕਾਰ ਦਾ ਰਾਜ ਸੀਗਾ, ਫਿਰ ਵੀ ਮਹਾਂਪੁਰਖਾਂ ਨੇ ਐਸਾ ਸਿੱਖਾਂ ਦੇ ਅੰਦਰ ਜਾਗਰਤੀ ਲਿਆਂਦੀ ਕਿ ਅੰਮ੍ਰਿਤ ਛਕਣ ਵਾਸਤੇ ਸਿੱਖ ਮਾਣ ਮਹਿਸੂਸ ਕਰਨ ਲੱਗੇ। ਜਾਤੋ ਦੇ ਮੋਰਚੇ ਵਿੱਚ 10,000 ਨੂੰ ਇੱਕੇ ਵਾਰੀ ਅੰਮ੍ਰਿਤ ਛਕਾ ਕਰਕੇ ਮੋਰਚੇ ਦੀ ਸੇਵਾ ਕੀਤੀ। ਆਪਣਾ ਇੰਨਾ ਉੱਚਾ ਜੀਵਨ ਸੀ, ਸਮਾਂ ਇੰਨਾ ਨਹੀਂ ਕਿ ਮੈਂ ਬਹੁਤ ਵਿਸਥਾਰ ਕਰਾਂ। ਜਿਸ ਸਮੇਂ ਸੱਚਖੰਡ ਗਮਨ ਕੀਤਾ, ਕਿਸੇ ਦੇ ਜਲੋਦਰ ਦਾ ਰੋਗ ਲੈ ਕਰਕੇ, ਕਿਉਂਕਿ ਉਹ ਸਰੀਰ ਨੂੰ ਨਾਸ਼ਵੰਤ ਸਮਝਦੇ ਆ, ਸਰੀਰ ਨੂੰ ਉਹ ਬਹੁਤੀ ਅਹਿਮੀਅਤ ਨਹੀਂ ਦਿੰਦੇ, ਪਰ ਉਹਨਾਂ ਦੇ ਸਰੀਰ ਕਰਕੇ ਹੀ ਬਹੁਤ ਜੀਆਂ ਦਾ ਭਲਾ ਹੋ ਜਾਂਦਾ ਹੈ। ਅੰਤ ਦੇ ਸਮੇਂ ਜਦੋਂ ਮਹਾਂਪੁਰਖ ਹਸਪਤਾਲ ਦੇ ਵਿੱਚ ਸਨ ਤਾਂ ਚੀਫ ਖਾਲਸਾ ਦੀਵਾਨ ਦੇ ਡਾਕਟਰ ਸਾਹਿਬ ਜਦੋਂ ਮਹਾਂਪੁਰਖਾਂ ਦਾ ਹਾਲ ਚਾਲ ਪੁੱਛਣ ਵਾਸਤੇ ਆਏ, ਆਪ ਨੇ ਸੁਣਿਆ ਹੋਵੇਗਾ, ਤੇ ਨਾਲ ਹੀ ਕਹਿਣ ਲੱਗੇ ਮਹਾਰਾਜ ਕੋਈ ਬਚਨ ਸੁਣਾ ਦਿਓ। ਕਹਿਣ ਲੱਗੇ ਕਿ ਡਾਕਟਰ ਸਾਹਿਬ ਅਸੀਂ ਤਾਂ ਬਿਮਾਰੀ ਨਾਲ ਗਰਸੇ ਹੋਏ ਇੱਥੇ ਪਏ ਹਾਂ, ਕੀ ਤੁਹਾਨੂੰ ਬਚਨ ਸੁਣਾਈਏ। ਤਾਂ ਡਾਕਟਰ ਸਾਹਿਬ ਨੇ ਤੇ ਸਮੇਂ ਮਹਾਂਪੁਰਖਾਂ ਕੋਲੋਂ ਬਚਨ ਸੁਣਨ ਦੀ ਲਾਲਸਾ ਨਾਲ ਆਪਣੇ ਜੀਵਨ ਦਾ ਬਚਨ ਸੁਣਾਇਆ, ਕਿਉਂਕਿ ਉਹਨਾਂ ਨੇ ਕਿਹਾ ਕਿ ਮਹਾਰਾਜ ਮੈਨੂੰ ਪਤਾ ਹੈ ਕਿ ਮਹਾਤਮਾ ਜਿਹੜੇ ਆ ਨਾ ਉਹ ਡੱਗੇ ਦੀ ਤਰ੍ਹਾਂ ਹੁੰਦੇ, ਵਾਹਿਗੁਰੂ ਢੋਲ ਦੀ ਤਰ੍ਹਾਂ ਹੁੰਦੇ ਆ, ਤੇ ਢੋਲ ਉਸ ਤਰ੍ਹਾਂ ਹੀ ਪਿਆ ਰਹਿੰਦਾ ਜੇ ਉਹਦੇ ਉੱਤੇ ਡੱਗਾ ਹੀ ਨਾ ਮਾਰੀਏ ਤਾਂ, ਫੇਰ ਹੀ ਬੋਲਦਾ, ਜੇ ਉਹਦੇ ਉੱਤੇ ਡੱਗਾ ਮਾਰੀਏ ਤਾਂ। ਡੱਗੇ ਰੂਪ ਮੈਂ ਬਚਨ ਸੁਣਾਉਣਾ, ਮੈਨੂੰ ਖਾਲੀ ਨਾ ਮੋੜਿਓ। ਮਹਾਂਪੁਰਖਾਂ ਨੇ ਕਿਹਾ ਸੁਣਾਓ ਡਾਕਟਰ ਸਾਹਿਬ। ਉਹ ਕਹਿੰਦੇ ਮਹਾਰਾਜ ਨਿਤਨੇਮ ਕਰਦਿਆਂ ਬੜਾ ਲੰਮਾ ਸਮਾਂ ਹੋਇਆ ਹੈ, ਹੁਣ ਸਤਿਗੁਰੂ ਦੀ ਐਸੀ ਮਿਹਰ ਵਰਤਦੀ ਹੈ ਜਦੋਂ ਮੈਂ ਆਪਣੀ ਕਾਰ ਚਲਾਉਣਾ ਮੈਨੂੰ ਇਹਦੇ ਵਿੱਚੋਂ ਨਾ ਧੰਨ ਗੁਰੂ ਨਾਨਕ ਵਾਹਿਗੁਰੂ ਇਹ ਉਹ ਨਿਰੰਤਰ ਆਵਾਜ਼ ਸੁਣਦੀ ਰਹਿੰਦੀ ਹੈ। ਮਹਾਂਪੁਰਖ ਕਹਿੰਦੇ ਡਾਕਟਰ ਸਾਹਿਬ ਧੰਨ ਹੈ ਤੁਹਾਡਾ ਜੀਵਨ। ਕਹਿਣ ਲੱਗੇ ਮਹਾਰਾਜ ਹੁਣ ਸਾਨੂੰ ਕੋਈ ਬਚਨ ਸੁਣਾਓ। ਮਹਾਂਪੁਰਖ ਕਹਿੰਦੇ ਤੁਸੀਂ ਸਾਡਾ ਸਰੀਰ ਪਹਿਲੋਂ ਵੇਖ ਲਓ, ਦਵਾਈ ਦੱਸ ਦਿਓ ਤਾਂ ਫਿਰ ਤੁਹਾਨੂੰ ਕੋਈ ਬਚਨ ਸੁਣਾਵਾਂਗੇ। ਡਾਕਟਰ ਸਾਹਿਬ ਨੇ ਸੈਟੋਕਸਟੋਪ ਆਪਣੇ ਕੰਨਾਂ ਨੂੰ ਲਾ ਕੇ ਜਿਸ ਸਮੇਂ ਮਹਾਂਪੁਰਖਾਂ ਦੇ ਹਿਰਦੇ ਤੇ ਧਰੀ ਤਾਂ ਸਤ ਸੰਗਤ ਜੀ ਉੱਥੋਂ ਦਿਲ ਦੀ ਧੜਕਣ ਦੀ ਬਜਾਏ ਮੂਲ ਮੰਤਰ ਦੇ ਪਾਠ ਦੀ ਆਵਾਜ਼ ਆ ਰਹੀ ਸੀ। ਉੱਥੋਂ ਚੁੱਕ ਹੋਰ ਸਰੀਰ ਦੇ ਥਾਵਾਂ ਤੇ ਲਾਈ, ਸਭ ਥਾਵਾਂ ਤੋਂ ਮੂਲ ਮੰਤਰ ਦੀਆਂ ਗੂੰਜਾਂ ਪੈ ਰਹੀਆਂ ਸਨ ਤੇ ਆਪਣੇ ਕੰਨਾਂ ਤੋਂ ਸੈਟੋਕਸਟੋਪ ਲਾ ਕਰਕੇ ਕਹਿੰਦੇ ਕਹਿ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਗੁਰਮੁਖ ਰੋਮ ਰੋਮ ਹਰ ਧਿਆਵੈ। ਐਸਾ ਗੁਰੂ ਸਾਹਿਬ ਦੀ ਬਾਣੀ ਦਾ ਉਪਦੇਸ਼ ਤੁਸੀਂ ਆਪਣੇ ਸਰੀਰ ਤੇ ਆਪਣੇ ਜੀਵਨ ਤੇ ਕਮਾ ਕੇ ਵਿਖਾ ਦਿੱਤਾ ਹੈ, ਤੁਸੀਂ ਅਸਲ ਖਾਲਸੇ ਹੋ। ਇਹ ਡਾਕਟਰ ਸਾਹਿਬ ਨੇ ਬਚਨ ਕਹੇ। ਏਡਾ ਉੱਚਾ ਸੁੱਚਾ ਮਹਾਂਪੁਰਸ਼ਾਂ ਦਾ ਜੀਵਨ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਕਿਉਂਕਿ ਸਮਾਂ 2-3 ਮਿੰਟ ਰਹਿੰਦਾ, ਮਹਾਂਪੁਰਖਾਂ ਦੇ ਜਨਮ ਦਿਹਾੜੇ ਅੱਜ ਮਨਾਏ ਗਏ ਆ, ਜਿਨ੍ਹਾਂ ਦਾ ਨਾਮ ਲੈਂਦਿਆਂ ਇੱਕ ਵਾਰ ਕੋਈ ਥੋੜ੍ਹੀ ਬਹੁਤੀ ਢਲਿਆਈ ਤੇ ਕਾਇਰਤਾ ਜੀ ਮਨ ਦੇ ਅੰਦਰ ਹੋਵੇ ਤੇ ਉਹ ਵੀ ਨਿਕਲ ਜਾਂਦੀ ਹੈ।
ਜਿਨ੍ਹਾਂ ਨੇ ਦੱਸਿਆ ਹਿੰਦੁਸਤਾਨ ਸਰਕਾਰ ਨੂੰ ਕਿ ਸਿੰਘ ਕਿਵੇਂ ਸਿੰਘਾਊ ਪੁਣੇ ਨਾਲ ਜੀਂਦੇ ਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਰਿਆਦਾ ਨੂੰ ਪਾਲਦਿਆਂ ਹੋਇਆਂ ਜਿੱਥੇ ਉਹਨਾਂ ਨੇ ਬ੍ਰਹਮ ਵਿਦਿਆ ਵਿਦਿਆਰਥੀਆਂ ਨੂੰ ਵੰਡੀ, ਕਿਉਂਕਿ ਸਾਧ ਸੰਗਤ ਜੀ ਸਮਾਂ ਕਰਵਟ ਲੈ ਚੁੱਕਾ ਸੀ। ਕੇਵਲ ਇਸ ਤਰ੍ਹਾਂ ਵਿਦਿਆਰਥੀ ਪੜ੍ਹਾਇਆ ਉਹ ਸਿੱਖੀ ਦਾ ਪ੍ਰਚਾਰ ਨਹੀਂ ਸੀ ਹੋ ਸਕਦਾ। ਦਾਸ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਜੇ ਉਹ ਸਾਕਾ ਨਾ ਵਰਤਦਾ ਤੇ ਸ਼ਾਇਦ ਬਾਹਰ ਵੀ ਇੰਨੀ ਸਿੱਖੀ ਦੀ ਪ੍ਰਫੁੱਲਤਾ ਨਾ ਹੁੰਦੀ, ਸ਼ਾਇਦ ਅਸੀਂ ਵੀ ਇਸ ਸਰੂਪ ਵਿੱਚ ਨਾ ਹੁੰਦੇ। ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਕਮਾਈ ਹੈ ਕਿ ਉਸ ਸਮੇਂ ਪੰਜਾਬ ਦੇ ਅੰਦਰ, ਕਿਉਂਕਿ ਵੱਡੀਆਂ ਕੌਮਾਂ ਨਿੱਕੀਆਂ ਕੌਮਾਂ ਨੂੰ ਹਜਮ ਕਰ ਜਾਂਦੀਆਂ, ਖਾ ਜਾਂਦੀਆਂ, ਕੇਸ ਕਟਾਉਣੇ ਨੌਜਵਾਨ ਬੜਾ ਮਾਣ ਮਹਿਸੂਸ ਕਰਦੇ ਸੀ। ਤੇ ਇਹੋ ਜਿਹੀਆਂ ਲੱਚਰ ਫਿਲਮਾਂ ਤੇ ਇਹੋ ਜਿਹੇ ਨਸ਼ੇ ਜਿਹੜੇ ਸੀ ਪੰਜਾਬ ਅੰਦਰ ਵਰਤਾਏ ਜਾ ਰਹੇ ਸੀ ਕਿ ਨੌਜਵਾਨੀ ਕਈ ਪੀੜ੍ਹੀਆਂ ਤੱਕ ਨਹੀਂ ਸੀ ਸੰਭਲ ਸਕਦੀ, ਐਸੀ ਬੁਰੀ ਹਾਲਤ ਸੀ। ਤੇ ਉਹਨਾਂ ਮਹਾਂਪੁਰਖਾਂ ਨੇ ਇਸ ਤਰ੍ਹਾਂ ਇੰਨੇ ਸੁਚੱਜੇ ਢੰਗ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਦੇ ਨੇਤਰਾਂ ਵਿੱਚ ਐਸੀ ਕਸ਼ਿਸ਼ ਸੀ ਕਿ ਕਾਮਰੇਡ ਵੀ ਜਿਹੜੇ ਬਿਰਤੀ ਦੇ ਸਨ, ਭਾਵ ਨਾਸਤਕ ਬਿਰਤੀ ਦੇ ਜਿਹੜੇ ਸਨ, ਉਹ ਵੀ ਸਾਧ ਸੰਗਤ ਜੀ ਰੱਬ ਦੇ ਨਾਮ ਦੇ ਪ੍ਰੇਮੀ ਬਣ ਗਏ, ਵਾਹਿਗੁਰੂ ਦੇ ਨਾਮ ਦੇ ਪ੍ਰੇਮੀ ਹੋ ਗਏ, ਸਤ ਸੰਗਤ ਦੇ ਪ੍ਰੇਮੀ ਹੋ ਗਏ। ਮਹਾਂਪੁਰਖਾਂ ਨੇ ਇਸ ਕਦਰ ਸਿੱਖੀ ਦਾ ਪ੍ਰਚਾਰ ਕੀਤਾ ਕਿ ਸਿੰਘ ਜਿਹੜੇ ਸੀ, ਨੌਜਵਾਨ ਜਿਹੜੇ ਸੀ, ਕੇਸ ਤੇ ਦਾੜਾ ਰੱਖਣ ਦੇ ਵਿੱਚ ਫਿਰ ਮਾਣ ਮਹਿਸੂਸ ਕਰਨ ਲੱਗੇ। ਤੇ ਉਹਨਾਂ ਮਹਾਂਪੁਰਖਾਂ ਦੀ ਬਾਬਤ ਬਾਹਲਾ ਇਹ ਹੀ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਸੁਭਾਅ ਬੜਾ ਗਰਮ ਸੀ, ਪਰ ਜਥੇ ਦੇ ਸਿੰਘ ਜਿਨ੍ਹਾਂ ਨੇ ਸੰਗਤ ਕੀਤੀ ਹੈ ਉਹਨਾਂ ਦਾ ਸੁਭਾਅ ਬਹੁਤ ਨਿਮਰਤਾ ਵਾਲਾ ਸੀ, ਬਹੁਤ ਹੀ ਮਿੱਠਾ ਸੁਭਾਅ ਸੀ, ਬੜਾ ਹੀ ਨਿੱਘਾ ਸੁਭਾਅ ਸੀ। ਜਿਨ੍ਹਾਂ ਨੇ ਕੋਲੋਂ ਦਰਸ਼ਨ ਕੀਤੇ ਹੈ, ਭਾਵੇਂ ਉਹ ਹਿੰਦੂ ਸੀ ਭਾਵੇਂ ਮੁਸਲਮਾਨ ਸੀ, ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਇਆ। ਕਿਉਂਕਿ ਸਾਧ ਸੰਗਤ ਜੀ ਜੋ ਮਹਾਂਪੁਰਸ਼ਾਂ ਦੇ ਲੱਛਣ ਗਿਆਨੀ ਜੀ ਨੇ ਕਹੇ ਹੈ, ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਵਿਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਇਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਐਡੀ ਵੱਡੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਆਪਣਾ ਨਿਤਨੇਮ ਨਹੀਂ ਖੁੰਝਣ ਦੇਣਾ, ਆਪਣੇ ਸਿਮਰਨ ਵਿੱਚ ਫਰਕ ਨਹੀਂ ਪੈਣ ਦੇਣਾ, ਇਹੋ ਜਿਹਾ ਉੱਚਾ ਸੋਚਾ ਜੀਵਨ ਜੀਵਿਆ। ਸਿੱਖ ਕੌਮ ਐਸੇ ਮਹਾਂਪੁਰਖਾਂ ਦੀ ਪਵਿੱਤਰ ਸ਼ਖਸੀਅਤ ਨੂੰ ਸਦਾ ਹੀ ਨਮਸਕਾਰ ਕਰਦੀ ਰਹੇਗੀ। ਮਹਾਂਪੁਰਖਾਂ ਦੇ ਅੱਜ ਦਿਹਾੜੇ ਹੋਣ ਕਰਕੇ ਉਹਨਾਂ ਦੇ ਜੀਵਨ ਪ੍ਰਤੀ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ। ਤੇ ਦਾਸ ਨੇ ਆਰੰਭ ਵਿੱਚ ਹੀ ਬੇਨਤੀ ਕਰ ਦਿੱਤੀ ਸੀ ਕਿ ਐਸੇ ਸਤਿਪੁਰਸ਼ਾਂ ਦੇ ਜੀਵਨ ਦੀ ਬਾਬਤ ਕੇਵਲ ਆਨੰਦ ਲਿਆ ਜਾ ਸਕਦਾ, ਕਿਉਂਕਿ ਮਹਾਰਾਜ ਨੇ ਕਿਹਾ ਕਿ ਹਰ ਕਾ ਸੇਵਕ ਹਰ ਹੀ ਜਿਹਾ। ਵਾਹਿਗੁਰੂ ਜੀ ਵਰਗਾ ਹੀ ਹੁੰਦਾ ਹੈ ਵਾਹਿਗੁਰੂ ਦਾ ਸੇਵਕ, ਉਹਨਾਂ ਦਾ ਵੀ ਕੋਈ ਅੰਤ ਪਾਰ ਨਹੀਂ ਪਾਇਆ ਜਾ ਸਕਦਾ। ਸੱਚੇ ਪਾਤਸ਼ਾਹ ਕਿਰਪਾ ਕਰਨ। ਸਿਮਰਨ ਦਾ ਸਮਾਂ ਹੈ, ਇਹੀ ਅਖੀਰਲਾ ਹਫਤਾ ਹੈ। 40 ਮੁਕਤਿਆਂ ਦੀ ਯਾਦ ਵਿੱਚ ਜੋ ਸਿਮਰਨ ਦੇ ਸਮਾਗਮ ਚੱਲ ਰਹੇ ਨੇ, ਸ਼ਨੀਵਾਰ ਨੂੰ ਅਖੀਰਲਾ ਸਮਾਗਮ ਹੈ, ਭੋਗ ਪੈਣਗੇ। ਆਪ ਨੇ ਬਹੁਤ ਪਿਆਰ ਨਾਲ ਵੱਧ ਚੜ੍ਹ ਕਰਕੇ ਹਿੱਸਾ ਲਿਆ। ਮਹਾਰਾਜ ਜੀ ਦੇ ਉਪਦੇਸ਼ ਮੁਤਾਬਕ ਨਾਮ ਜਪਦਿਆਂ ਆਪਣੇ ਸਵਾਸਾਂ ਨੂੰ ਸਫਲ ਕੀਤਾ ਹੈ। ਸਤਿਗੁਰੂ ਰਹਿਮਤ ਕਰਨ, ਰਹਿੰਦੇ ਸਮੇਂ ਵਿੱਚ ਵੀ ਆਪ ਨੇ ਇਸ ਤਰ੍ਹਾਂ ਹਾਜ਼ਰੀਆਂ ਭਰਨੀਆਂ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਹੋਈਆਂ ਭੁੱਲਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ